दोस्तों स्वागत है ਤੁਹਾਡੇ ਆਪਣੇ YouTube ਚੈਨਲ ਨਿਰਵੈਰ ਤੇ। ਤਾਂ ਦੋਸਤੋ ਗੁਰਮਤਿ ਕਵਿਤਾਰਾ ਵਿੱਚ ਆਪਾਂ ਗੁਰਮਤਿ ਕਵਿਤਾਰਾ ਦੀ ਜਾਣ ਪਛਾਣ ਕਰ ਚੁੱਕੇ ਹਾਂ ਤੇ ਅੱਜ ਗੁਰਮਤਿ ਕਵਿਤਾਰਾ ਦੇ ਜੋ ਪਹਿਲੇ ਮੋਢੀ ਕਵੀ ਹਨ ਉਹ ਹਨ ਜੀ ਗੁਰੂ ਨਾਨਕ ਦੇਵ ਜੀ। ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀਆਂ ਰਚਨਾਵਾਂ ਬਾਰੇ ਅੱਜ ਆਪਾਂ ਕਰਾਂਗੇ। ਤਾਂ ਦੋਸਤੋ ਸਟਾਰਟ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਹਨ ਔਰ ਇਹਨਾਂ ਦਾ ਜੀਵਨ ਕਾਲ 1469 ਤੋਂ ਲੈ ਕੇ 1539 ਈਸਵੀ ਤੱਕ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਪਿੰਡ ਤਲਵੰਡੀ ਵਿੱਚ ਵਿਸਾਖ ਸੁਦੀ 3 ਸੰਮਤ 1526 ਨੂੰ ਹੋਇਆ। ਪ੍ਰਵਿਸ਼ਟਾ ਮਹੀਨਾ ਵਿਸਾਖ ਦੀ 20 ਤਾਰੀਖ ਈਸਵੀ ਸਨ ਹੈ ਜੀ 1469। ਅਪ੍ਰੈਲ ਦੀ 15 ਤਰੀਕ ਦਿਨ ਸ਼ਨੀਚਰਵਾਰ ਸੀ। ਆਪਾਂ ਸਾਰੇ ਜਾਣਦੇ ਹੀ ਹਾਂ। ਤਲਵੰਡੀ ਦਾ ਪਹਿਲਾ ਨਾਮ ਰਾਏਪੁਰ, ਫਿਰ ਰਾਏਭੋਏ ਦੀ ਤਲਵੰਡੀ ਹੁਣ ਨਨਕਾਣਾ ਸਾਹਿਬ ਹੈ। ਠੀਕ ਹੈ ਜੀ, ਪਹਿਲਾਂ ਰਾਏਪੁਰ ਫਿਰ ਰਾਏਭੋਏ ਦੀ ਤਲਵੰਡੀ ਹੁਣ ਨਨਕਾਣਾ ਸਾਹਿਬ ਹੈ। ਪਿਤਾ ਦਾ ਨਾਮ ਮਹਿਤਾ ਕਲਿਆਣ ਰਾਏ ਅਥਵਾ ਮਹਿਤਾ ਕਾਲੂ ਜੀ। ਰਾਏਭੋਏ ਦੇ ਪੁੱਤਰ ਰਾਏ ਬੁਲਾਰ ਪਾਸ ਪਟਵਾਰੀ ਦੇ ਅਹੁਦੇ 'ਤੇ ਮੁਲਾਜ਼ਮਤ ਦੇ ਕਾਰਨ ਤਲਵੰਡੀ ਰਹਿੰਦੇ ਸਨ। ਮਾਤਾ ਦਾ ਨਾਮ ਸ਼੍ਰੀ ਤ੍ਰਿਪਤਾ ਜੀ। ਮਾਤਾ ਜੀ ਪੇਕਾ ਪਿੰਡ ਚਾਹਲ ਜ਼ਿਲ੍ਹਾ ਲਾਹੌਰ ਵਿੱਚ। 7 ਸਾਲਾਂ ਦੀ ਉਮਰੇ ਪਹਿਲਾਂ ਗੋਪਾਲ ਪੰਡਤ ਪਾਸ ਹਿੰਦੀ ਪੜ੍ਹਨ ਬਿਠਾਏ ਜਾਣ, ਫਿਰ ਬਿਰਜ ਲਾਲ ਪੰਡਤ ਪਾਸ ਸੰਸਕ੍ਰਿਤੀ ਪੜ੍ਹਨ। 13 ਸਾਲਾਂ ਦੀ ਉਮਰੇ ਤਲਵੰਡੀ ਦੇ ਮੌਲਵੀ ਕੁਤੁਬਦੀਨ ਪਾਸ ਫਾਰਸੀ ਪੜ੍ਹਨ ਬਿਠਾਏ ਗਏ। ਗੁਰੂ ਨਾਨਕ ਦੇਵ ਜੀ ਦੀ ਅੰਤ ਉੱਚੇ ਦਰਜੇ ਦੀ ਤੀਖਣ ਬੁੱਧੀ ਵੇਖ ਕੇ ਇਹ ਤਿੰਨੇ ਉਸਤਾਦ ਆਪੋ ਆਪਣੀ ਵਾਰੀ ਬੜੇ ਹੈਰਾਨ ਹੋਏ। ਤਲਵੰਡੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਰੋਸ਼ਨ ਦਿਮਾਗ ਦੀ ਚਰਚਾ ਤਾਂ ਪਹਿਲਾਂ ਹੀ ਸੀ, ਪਰ ਕਿਸੇ ਨੂੰ ਅਜੇ ਇਹ ਨਹੀਂ ਸੀ ਪਤਾ ਕਿ 10 ਸਾਲਾਂ ਦਾ ਬਾਲਕ ਹਿੰਦੂ ਸ਼ਾਸਤਰਾਂ ਦੇ ਸਦੀਆਂ ਤੋਂ ਬਣੇ ਪਰਮ ਭਾਅ ਦਾ ਟਾਕਰਾ ਕਰਨ ਨੂੰ ਤਿਆਰ ਹੋ ਪਾਏਗਾ। ਭਾਈ ਜੈ ਰਾਮ ਜੀ ਖਾਨਪੁਰ ਦੇ ਰਹਿਣ ਵਾਲੇ ਸੁਲਤਾਨਪੁਰ ਨਵਾਬ ਦੌਲਤ ਖਾਨ ਦੇ ਕੋਲ ਮਾਲ ਦੇ ਮਹਿਕਮੇ ਵਿੱਚ ਸ਼ਾਮਲ ਸਨ। ਸਰਕਾਰੀ ਕੰਮ ਵਿੱਚ ਉਹਨਾਂ ਨੂੰ ਇੱਕ ਪਾਸੇ ਤਲਵੰਡੀ ਤੇ ਦੂਜੇ ਪਾਸੇ ਪੱਖੋ ਕੇ ਰੰਧਾਵੇ ਕਈ ਵਾਰ ਜਾਣਾ ਪੈਂਦਾ ਸੀ। ਮਹਿਤਾ ਕਾਲੂ ਜੀ ਨਾਲ ਸਾਂਝ ਬੰਨ੍ਹ ਤੇ ਉਹਨਾਂ ਨੇ ਆਪਣੀ ਲੜਕੀ ਬੀਬੀ ਨਾਨਕੀ ਜੀ ਦਾ ਰਿਸ਼ਤਾ ਸ਼੍ਰੀ ਜੈ ਰਾਮ ਜੀ ਨਾਲ ਕਰ ਦਿੱਤਾ, ਯਾਨੀ ਕਿ ਜੋ ਬੀਬੀ ਨਾਨਕੀ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ ਉਹਨਾਂ ਦਾ ਰਿਸ਼ਤਾ ਜੈ ਰਾਮ ਨਾਲ ਕਰ ਦਿੱਤਾ। ਕੁਝ ਸਮਾਂ ਬੀਤਣ 'ਤੇ ਭਾਈ ਜੈ ਰਾਮ ਜੀ ਨੇ ਪੱਖੋ ਕੇ ਰੰਧਾਵਾ ਬਾਬਾ ਮੂਲ ਚੰਦ ਨੂੰ ਦੱਸ ਪਾਈ ਅਤੇ ਉਹਨਾਂ ਨੇ ਆਪਣੀ ਲੜਕੀ ਸੁਲੱਖਣੀ ਜੀ ਦਾ ਸਾਕ ਗੁਰੂ ਨਾਨਕ ਦੇਵ ਜੀ ਨਾਲ ਕਰ ਦਿੱਤਾ। ਠੀਕ ਹੈ ਜੀ, ਨੈਕਸਟ। ਤਾਂ ਦੋਸਤੋ ਕੁਝ ਗੱਲਾਂ ਹਨ ਜਿਨ੍ਹਾਂ ਨੂੰ ਸਮਝਣ ਲਈ ਆਪਾਂ ਕੁਝ ਟਿੱਪਣੀਆਂ ਹਨ, ਕੁਝ ਗੱਲਾਂ ਹਨ ਜੋ ਆਪਾਂ ਸਮਝ ਸਕਦੇ ਹਾਂ। ਵਧੇਰੇ ਜਾਣਕਾਰੀ ਲਈ ਕੀਰਤਨ ਦਾ ਇਸ਼ਕ। ਭਾਈ ਮਰਦਾਨੇ ਨਾਲ ਗੁਰੂ ਨਾਨਕ ਦੇਵ ਜੀ ਦੀ ਡੂੰਘੀ ਸਾਂਝ ਦਾ ਸਭ ਤੋਂ ਵੱਡਾ ਇਹੀ ਕਾਰਨ ਸੀ ਕਿ ਮਰਦਾਨਾ ਰਾਗ ਵਿੱਚ ਪ੍ਰਾਵੀਨ ਸੀ। ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਚੜ੍ਹੇ ਤੱਕ ਕੀਰਤਨ ਦੀ ਰਾਹੀਂ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵਧੇਰੇ ਗਿਣਤੀ ਉਹਨਾਂ ਰਾਗਾਂ ਦੀ ਹੈ ਜੋ ਅੰਮ੍ਰਿਤ ਵੇਲੇ ਤੋਂ ਪਹਿਰ ਦਿਨ ਚੜ੍ਹੇ ਤੱਕ ਗਾਏ ਜਾਂਦੇ ਹਨ। ਰਮਤੇ ਸੰਤਾਂ ਸਾਧਾਂ ਨਾਲ ਮੇਲਾ। ਕਾਬਲ ਵੱਲੋਂ ਆਉਂਦੇ ਪਠਾਣਾਂ ਦੇ ਹਮਲਿਆਂ ਤੋਂ ਲਾਂਬੇ ਤਲਵੰਡੀ ਚੂੜੇ ਕਾਣੇ ਦੀ ਬਾਰ ਵਿੱਚ ਆ ਕੇ ਅਨੇਕਾਂ ਸੰਤ ਸਾਧ ਟਿਕਿਆ ਕਰਦੇ ਸਨ। ਕਈ ਸੰਤ ਸਾਧ ਗੁਰੂ ਨਾਨਕ ਦੇਵ ਜੀ ਦੀ ਹਮਖਿਆਲ ਬਣਦੇ ਗਏ। ਉਹਨਾਂ ਨੇ ਰੋਜ਼ਾਨਾ ਕੀਰਤਨ ਸਤਸੰਗ ਵਿੱਚ ਸਾਂਝੀ ਵੱਲ ਬਣਦੇ ਗਏ। ਠੀਕ ਹੈ ਦੋਸਤੋ, ਇਹ ਕੁਝ ਗੱਲਾਂ ਹਨ ਜਿਹੜੀਆਂ ਕਿ ਸਮਝਣ ਲਈ ਹਨ। ਤਾਂ ਇਹਨਾਂ ਨੂੰ ਤੁਸੀਂ ਅਗਰ ਸੁਣਨਾ ਚਾਹੋ ਤਾਂ ਸੁਣ ਵੀ ਸਕਦੇ ਹੋ, ਨਹੀਂ ਤਾਂ ਇਕੱਲੀਆਂ ਰਚਨਾਵਾਂ ਵੀ ਆਪਾਂ ਕਰ ਸਕਦੇ ਹਾਂ। ਚਲੋ, ਭਾਰਤ ਦੇ ਲੋਕਾਂ ਉੱਤੇ ਬਿਪਤਾ। ਗੁਰੂ ਨਾਨਕ ਦੇਵ ਜੀ ਨੂੰ ਰਮਤੇ ਸੰਤਾਂ ਸਾਧਾਂ ਨਾਲ ਜੋ ਤਲਵੰਡੀ ਦੀ ਜੂਹ ਵਿੱਚ ਆ ਕੇ ਟਿਕਦੇ ਸਨ, ਛੋਟੀ ਉਮਰ ਤੋਂ ਹੀ ਵਾਹ ਪੈ ਰਿਹਾ ਸੀ। ਪਠਾਨ ਜਰਵਾਣਿਆਂ ਵੱਲੋਂ ਜਨਤਾ ਉੱਤੇ ਪੈ ਰਹੀ ਬਿਪਤਾ ਦੀਆਂ ਖਬਰਾਂ ਬਾਲ ਵਰੇਸ ਤੋਂ ਹੀ ਉਹਨਾਂ ਦੇ ਕੰਨੀ ਪੈਣ ਲੱਗ ਪਈਆਂ ਸਨ। ਤਾਂ ਇਹ ਕੁਝ ਵੈਸੇ ਹੀ ਗੱਲਾਂ ਹਨ। ਤਾਂ ਆਪਾਂ ਮੇਨ ਟੌਪਿਕ ਕਰ ਲੈਂਦੇ ਹਾਂ ਇਹਦੇ ਵਿੱਚੋਂ। ਅਗਰ ਤੁਸੀਂ ਪੜ੍ਹਨਾ ਚਾਹੋ ਤਾਂ ਪੜ੍ਹ ਵੀ ਸਕਦੇ ਹੋ ਵੀਡੀਓ ਨੂੰ ਰੋਕ ਕੇ। ਤਾਂ ਦੋਸਤੋ ਆਪਾਂ ਸਿੱਧਾ ਰਚਨਾਵਾਂ ਵੱਲ ਚੱਲਦੇ ਹਾਂ। ਗੁਰੂ ਨਾਨਕ ਦੇਵ ਜੀ ਦੀਆਂ ਰਚਨਾ। ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਰਚਨਾਵਾਂ ਨੂੰ ਅਸੀਂ 2 ਹਿੱਸਿਆਂ ਵਿੱਚ ਵੰਡ ਸਕਦੇ ਹਨ। ਪਹਿਲੇ ਨੰਬਰ 'ਤੇ ਉਹ ਰਚਨਾਵਾਂ ਜੋ ਆਦਿ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਠੀਕ ਹੈ ਜੀ, ਉਹ ਰਚਨਾਵਾਂ ਜੋ ਆਦਿ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਨਹੀਂ ਹਨ। ਆਦਿ ਗ੍ਰੰਥ ਸ਼੍ਰੀ ਗੁਰੂ ਸਾਹਿਬ ਜੀ ਵਿੱਚ ਸ਼ਾਮਲ ਹੋਈਆਂ ਰਚਨਾਵਾਂ ਦਾ
ਵੇਰਵਾ ਹੇਠਾਂ ਦਿੱਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕੁੱਲ 974 ਕਿੰਨੇ ਜੀ 974 ਸ਼ਬਦ ਲਿਖੇ ਹਨ ਜੋ ਕਿ ਆਦਿ ਗ੍ਰੰਥ ਵਿੱਚ ਦਰਜ ਹਨ। ਕਈਆਂ ਦਾ ਵਿਚਾਰ ਹੈ ਕਿ ਗੁਰੂ ਨਾਨਕ ਗਾਇਆ ਕਰਦੇ ਸੀ ਅਤੇ ਉਹਨਾਂ ਦੇ ਚੇਲੇ ਉਸ ਨੂੰ ਲਿਖ ਲਿਆ ਕਰਦੇ ਸੀ, ਪਰ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਦਾ ਵਿਚਾਰ ਹੈ ਕਿ ਗੁਰੂ ਨਾਨਕ ਨੇ ਆਪਣੀਆਂ ਰਚਨਾਵਾਂ ਆਪ ਲਿਖੀਆਂ ਅਤੇ ਬਾਅਦ ਵਿੱਚ ਉਹਨਾਂ ਨੂੰ ਦੂਸਰੇ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀਆਂ। ਸਮੇਂ ਅਤੇ ਸਥਿਤੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਵੱਖ ਵੱਖ ਵਿਚਾਰਾਂ ਨੂੰ ਪ੍ਰਗਟਾਇਆ। ਉਹਨਾਂ ਦੀ ਸਾਰੀ ਬਾਣੀ ਸੰਗੀਤ ਸਾਰੀ ਬਾਣੀ ਸੰਗੀਤ ਅਧਿਆਤਮਿਕ ਹੈ। ਜਪਜੀ ਸਾਹਿਬ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਰਚਨਾਵਾਂ ਵੱਖ-ਵੱਖ ਰਾਗਾਂ ਵਿੱਚ ਰਚੀਆਂ ਹਨ। ਜਪਜੀ ਸਾਹਿਬ ਇੱਕ ਅਜਿਹੀ ਬਾਣੀ ਹੈ ਦੋਸਤੋ ਜੋ ਕਿ ਰਾਗ ਰਹਿਤ ਬਾਣੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਆਪਣੀਆਂ ਰਚਨਾਵਾਂ ਗਾਇਆ ਕਰਦੇ ਸੀ ਅਤੇ ਉਹਨਾਂ ਦੇ ਸਾਖੀ ਭਾਈ ਮਰਦਾਨਾ ਰਬਾਬ ਤੇ ਸੰਗਤ ਕਰਿਆ ਕਰਦੇ ਸੀ। ਗੁਰੂ ਨਾਨਕ ਦਾ ਸਿਧਾਂਤ ਸੀ ਕਿ ਸੰਗੀਤ ਮਨੁੱਖੀ ਬਿਰਤੀਆਂ ਨੂੰ ਉਭਾਰ ਕੇ ਇਕਾਗਰ ਕਰਦਾ ਹੈ। ਗੁਰੂ ਨਾਨਕ ਦੀਆਂ ਕਿਰਤਾਂ ਨੂੰ ਸਿੱਖ ਮੰਤ ਵਿੱਚ ਬਾਣੀ ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਇੱਕ ਰਵਾਇਤ ਬਣ ਗਈ ਹੈ ਕਿ ਸਿਰਫ ਉਹ ਬਾਣੀ ਜੋ ਕਿ ਗੁਰੂ ਗ੍ਰੰਥ ਇਕੱਤਰ ਕੀਤੀ ਗਈ ਹੈ ਅਤੇ ਜਿਨ੍ਹਾਂ ਦੇ ਅੰਤ ਵਿੱਚ ਸ਼ਲੋਕ ਮਹੱਲਾ ਪਹਿਲਾ ਲਿਖਿਆ ਗਿਆ ਹੈ ਨੂੰ ਪੱਕੀ ਬਾਣੀ ਕਿਹਾ ਜਾਂਦਾ ਹੈ, ਕਿਉਂਕਿ ਇਸ ਉੱਪਰ ਗੁਰੂ ਅਰਜਨ ਦੇਵ ਜੀ ਜੋ ਸਿੱਖਾਂ ਦੇ 5ਵੇਂ ਗੁਰੂ ਇਸ ਨੇ ਇਹ ਮੋਹਰ ਲਗਾ ਦਿੱਤੀ ਹੈ ਕਿ ਇਹ ਬਾਣੀ ਉਹਨਾਂ ਦੀ ਹੀ ਲਿਖੀ ਹੋਈ ਹੈ। ਵੈਸੇ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਹੋਰ ਵੀ ਬਹੁਤ ਸਾਰੀ ਕਵਿਤਾ ਜੁੜੀ ਹੋਈ ਹੈ, ਪਰ ਉਸ ਨੂੰ ਕੱਚੀ ਬਾਣੀ ਕਿਹਾ ਜਾਂਦਾ ਹੈ। ਪੱਕੀ ਬਾਣੀ ਉਸ ਨੂੰ ਕਿਹਾ ਗਿਆ ਹੈ ਜਿਹਦੇ ਵਿੱਚ ਮਹੱਲਾ ਰੱਖਿਆ ਗਿਆ ਹੈ, ਜਿਸ ਵਿੱਚ ਬਾਕੀਆਂ ਨੂੰ ਕੀ ਹੈ ਕੱਚੀ ਬਾਣੀ ਕਿਹਾ ਗਿਆ ਹੈ ਅਤੇ ਗੁਰੂ ਨਾਨਕ ਦੇਵ ਜੀ ਦੀ ਰਚਨਾ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਆਪਣੀ ਇਸ ਕਿਰਤ ਵਿੱਚ ਅਸੀਂ ਉਸੇ ਬਾਣੀ ਨਾਲ ਹੀ ਆਪਣੇ ਆਪ ਨੂੰ ਜੋੜਾਂਗੇ ਕਿ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਦੀਆਂ ਕੁਝ ਰਚਨਾਵਾਂ ਹਨ। ਤਾਂ ਦੋਸਤੋ ਗੁਰਮਤਿ ਕਾਵਿਧਾਰਾ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿਰਫ ਉਹੀ ਰਚਨਾਵਾਂ ਹੋਣਗੀਆਂ ਜੋ ਆਉਣਗੀਆਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਤਾਂ ਦੇਖਦੇ ਹਾਂ, ਸਭ ਤੋਂ ਪਹਿਲੇ ਨੰਬਰ 'ਤੇ ਹੈ ਜੀ ਜਪਜੀ। ਗੁਰੂ ਨਾਨਕ ਦੇਵ ਜੀ ਰਚਨਾ ਹੈ ਆਸਾ ਦੀ ਵਾਰ। ਇਹ ਅਸੀਂ ਯਾਦ ਕਰਨਾ ਹੈ ਬਹੁਤ ਹੀ ਚੰਗੇ ਤਰੀਕੇ ਨਾਲ ਕਿ ਗੁਰਮਤਿ ਕਾਵਿਧਾਰਾ ਵਿੱਚ ਪਹਿਲੇ ਕਵੀ ਹਨ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ ਹਨ। ਜਪਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟ, 12 ਮਾਹ ਤੁਖਾਰੀ, ਦੱਖਣੀ ਓਂਕਾਰ, ਮਾਜ਼ ਦੀ ਵਾਰ, ਮਲਾਰ ਦੀ ਵਾਰ, ਸੋਦਰ ਤੇ ਸੋਹਲਾ, ਅਹਲੋਣੀਆਂ, ਬਾਬਰ ਬਾਣੀ। ਠੀਕ ਹੈ ਜੀ, ਇਹ ਰਚਨਾਵਾਂ ਹਨ 10 ਰਚਨਾਵਾਂ ਹਨ ਗੁਰੂ ਨਾਨਕ ਦੇਵ ਜੀ ਦੀਆਂ। ਜਪਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟ, 12 ਮਾਹ ਤੁਖਾਰੀ, ਦੱਖਣੀ ਓਂਕਾਰ, ਮਾਜ਼ ਦੀ ਵਾਰ, ਮਲਾਰ ਦੀ ਵਾਰ, ਸੋਦਰ ਤੇ ਸੋਹਲਾ, ਅਲੋਣੀਆਂ, ਬਾਬਰ ਬਾਣੀ। ਜਪਜੀ ਬਾਰੇ ਦੇਖਦੇ ਹਾਂ। ਸਿੱਖਾਂ ਦੀ ਸਵੇਰ ਦਾ ਪਾਠ ਹੈ ਜੀ। ਜਪਜੀ ਸਾਹਿਬ ਆਪਾਂ ਸਵੇਰੇ ਕਰਦੇ ਹਾਂ, ਨਿਤਨੇਮ ਦੀ ਪਹਿਲੀ ਬਾਣੀ ਹੈ। ਇਸ ਵਿੱਚ ਕੁੱਲ 40 ਛੰਦ ਹਨ। ਕਿੰਨੇ ਜੀ? 40 ਛੰਦ ਹਨ, ਜਿਨ੍ਹਾਂ ਵਿੱਚ 2 ਸ਼ਲੋਕ ਹਨ ਅਤੇ 38 ਪੌੜੀਆਂ ਹਨ। ਠੀਕ ਹੈ, 38 ਪੌੜੀਆਂ, 2 ਸ਼ਲੋਕ ਹਨ, 40 ਛੰਦ ਹਨ। ਇਹ ਬਹੁਤ ਉੱਚੇ ਪੱਧਰ ਦੀ ਵਿਚਾਰਸ਼ੀਲ ਕਵਿਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇਹ ਹੀ ਇੱਕ ਬਾਣੀ ਹੈ ਜਿਸ ਨੂੰ ਕਿਸੇ ਸੰਗੀਤ ਵਿੱਚ ਨਹੀਂ ਢਾਲਿਆ ਗਿਆ। ਇਸ ਵਿੱਚ ਰੱਬ ਇੱਕ ਹੈ, ਨਾਮ ਜਪਣਾ ਚਾਹੀਦਾ ਹੈ ਅਤੇ ਵਾਹਿਗੁਰੂ ਨੂੰ ਪਿਆਰ ਕਰਨਾ ਚਾਹੀਦਾ। ਦੇ ਸਿਧਾਂਤ ਨੂੰ ਭਲੀ ਭਾਂਤ ਸਪਸ਼ਟ ਕੀਤਾ ਗਿਆ ਕਿ ਜੀ ਨਾਮ ਜਪਣਾ, ਵਾਹਿਗੁਰੂ ਨੂੰ ਪਿਆਰ ਕਰਨਾ, ਸਿਧਾਂਤ ਨੂੰ ਸਪਸ਼ਟ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਇਸ ਦੀ ਰਚਨਾ ਆਪਣੇ ਜੋਤੀ ਜੋ ਸਮਾਉਣ ਤੋਂ 7 ਸਾਲ ਪਹਿਲਾਂ ਕਦੋਂ ਕੀਤੀ ਜੀ? 7 ਸਾਲ ਪਹਿਲਾਂ 1532 ਵਿੱਚ ਕੀਤੀ ਜਾਪਦੀ ਹੈ। ਜਪਜੀ ਦਾ ਉਚਾਰਨ ਮੂਲ ਮੰਤਰ ਨਾਲ ਆਰੰਭ ਹੁੰਦਾ ਹੈ। ਮੂਲ ਮੰਤਰ ਤੋਂ ਇਹ ਧਿਆਨ ਰੱਖਣ ਵਾਲੀ ਗੱਲ ਹੈ ਜੀ, ਮੂਲ ਮੰਤਰ ਨਾਲ ਜਪਜੀ ਸਾਹਿਬ ਦਾ ਬਾਣੀ ਦਾ ਆਰੰਭ ਹੁੰਦਾ ਹੈ। ਮੂਲ ਮੰਤਰ ਤੋਂ ਬਾਅਦ ਸ਼ਲੋਕ ਆਉਂਦਾ ਹੈ ਜੋ ਕਿ ਇਸ ਦੀ ਭੂਮਿਕਾ ਹੈ। ਸ਼ਲੋਕੀ ਹੈ ਜੀ ਭੂਮਿਕਾ ਹੈ। ਇਸ ਤਰ੍ਹਾਂ ਦੇ ਨਾਲ ਇਸ ਦੇ 40 ਅੰਗ ਹਨ। ਪਹਿਲੀਆਂ 7 ਪੌੜੀਆਂ ਵਿੱਚ ਈਸ਼ਵਰ ਦਾ ਨਾਸ਼ ਨਾ ਹੋਣ ਵਾਲਾ ਹੈ। ਹਰ ਸਿੱਖ ਸਵੇਰੇ ਵੇਲੇ ਇਸ ਬਾਣੀ ਦਾ ਪਾਠ ਕਰਦਾ ਹੈ। ਜਪਜੀ ਦਾ ਆਰੰਭ ਇਸ ਨਾਲ ਹੁੰਦਾ ਹੈ ਕਿ ਇੱਕੋ ਇੱਕ ਸਦੀਵੀ ਪਰਮਾਤਮਾ ਵਿੱਚ ਵਿਸ਼ਵਾਸ ਹੈ, ਉਹ ਹਮੇਸ਼ਾ ਸੱਤ ਹੈ। ਉਹ ਆਰੰਭ ਵਿੱਚ ਵੀ ਸੱਤ ਸੀ ਅਤੇ ਗੁਰੂ ਨਾਨਕ ਦੇਵ ਜੀ ਉਸ ਨੂੰ ਸਤਿਨਾਮ ਜਾਂ ਫਿਰ ਬਿਲਕੁਲ ਸੱਚਾ ਵਿਅਕਤੀ ਸਮਝਦਾ ਹੈ। ਗੁਰੂ ਨੇ ਇਸ ਨੂੰ ਸਤਿਨਾਮ ਕਿਹਾ ਹੈ। ਦੂਸਰੀ ਪੀੜ੍ਹੀ ਪਰਮਾਤਮਾ ਦੀ ਰਜ਼ਾ ਜਾਂ ਹੁਕਮ ਅਨੁਸਾਰ ਚੱਲਣ ਵੱਲ ਗੱਲ ਕਰਦੀ ਹੈ। ਦੂਜੀ ਪੌੜੀ, ਸਾਰੇ ਉਸ ਦਾ ਹੁਕਮ ਮੰਨਦੇ ਹਨ, ਇਸ ਤੋਂ ਮੁਕਤ ਕੋਈ ਨਹੀਂ। ਅਗਲੀ
ਪੀੜ੍ਹੀ ਵਿੱਚ ਉਸ ਦੀ ਮਹਿਮਾ ਤੇ ਵਡਿਆਈ ਨੂੰ ਗਾਇਆ ਗਿਆ ਹੈ। ਦੇਣ ਵਾਲਾ ਦਿੰਦਾ ਰਹਿੰਦਾ ਹੈ, ਪਰ ਲੈਣ ਵਾਲਾ ਥੱਕ ਜਾਂਦਾ ਹੈ। 7ਵੀਂ ਪੌੜੀ ਵਿੱਚ ਫਿਰ ਦੱਸਿਆ ਗਿਆ ਹੈ ਕਿ ਕੋਈ ਵੀ ਪ੍ਰਮਾਤਮਾ ਤੇ ਕਿਰਪਾ ਨਹੀਂ ਕਰ ਸਕਦਾ। 8ਵੀਂ ਤੇ 9ਵੀਂ ਪੌੜੀ ਨੂੰ ਵਿਨੋਬਾ ਭਾਵੇਂ ਭਗਵਾਨ ਨਾਲ ਮਿਲਾਪ ਦੇ ਦੂਸਰੇ ਪੜਾਅ ਦਾ ਦੂਸਰਾ ਭਾਗ ਦੱਸਦਾ ਹੈ। ਪਹਿਲੀਆਂ 4 ਪੌੜੀਆਂ ਇੱਕੋ ਹੀ ਵਿਚਾਰ ਨਾਲ ਸ਼ੁਰੂ ਹੁੰਦੀਆਂ ਹਨ ਤੇ ਇੱਕੋ ਹੀ ਖਿਆਲ ਨਾਲ ਖਤਮ ਹੁੰਦੀਆਂ ਹਨ। ਪਹਿਲੀਆਂ 4 ਪੌੜੀਆਂ। ਜੁਪਜੀ ਦਾ ਆਖਰੀ ਹਿੱਸਾ ਸ਼ਲੋਕ ਹੈ, ਜਿਸ ਵਿੱਚ ਸਾਰੀ ਦੁਨੀਆ ਦੀ ਹਵਾ, ਪਾਣੀ, ਮਿੱਟੀ ਤੇ ਮਨੁੱਖ ਜਾਤੀ ਦਾ ਵਰਣਨ ਹੈ। ਠੀਕ ਹੈ ਜੀ, ਕਾਹਦਾ ਜੀ? ਹਵਾ, ਪਾਣੀ, ਮਿੱਟੀ ਤੇ ਮਨੁੱਖ ਜਾਤੀ ਦਾ ਵਰਣਨ ਹੈ ਆਖਰੀ ਸ਼ਲੋਕ ਵਿੱਚ। ਅੰਤ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਨਾਮ ਜਪਿਆ ਹੈ ਉਹਨਾਂ ਨਾਲ ਜੋ ਲੱਗੇ ਹਨ ਉਹ ਮੁਕਤੀ ਪ੍ਰਾਪਤ ਕਰ ਸਕਦੇ ਹਨ। ਜੋ ਆਪਣਾ ਸ਼ਲੋਕ ਹੈ ਉਹਦੇ ਵਿੱਚ ਆਪਾਂ ਕਰਦੇ ਹਾਂ, ਜਿਨੀ ਨਾਮ ਤੇ ਆਇਆ ਗਏ ਮਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਵਾਲੇ ਸ਼ਬਦ ਦੀ ਵਿਆਖਿਆ ਹੈ। ਗੁਰੂ ਨਾਨਕ ਨੇ ਸੰਗੀਤ ਤੋਂ ਇਲਾਵਾ ਕਾਵਾਤਮਿਕ, ਚਿੱਤਰਕਲਾ, ਮਸ਼ਹੂਰ ਸੰਭਲੀਆਂ, ਢੁਕਵੇਂ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਹੈ। ਨੈਕਸਟ ਆਪਾਂ ਬਾਣੀ ਦੇਖਾਂਗੇ ਜੀ। ਆਸਾ ਦੀ ਵਾਰ। ਆਸਾ ਦਾ ਵਾਰ ਦਾ ਪਾਠ ਸਵੇਰ ਵੇਲੇ ਸਾਜ਼ਾਂ ਦੀ ਸੰਗਤ ਵਿੱਚ ਕੀਤਾ ਜਾਂਦਾ ਹੈ। ਸਾਜ਼ਾਂ ਨਾਲ ਕੀਤਾ ਜਾਂਦਾ ਹੈ ਆਸਾ ਦੀ ਵਾਰ ਦਾ ਪਾਠ। ਇਸ ਵਿੱਚ ਕੁੱਲ, ਧਿਆਨ ਰੱਖਣ ਵਾਲੀ ਗੱਲ ਹੈ, ਇਸ ਵਿੱਚ ਕੁੱਲ 24 ਪੌੜੀਆਂ ਤੇ 2 ਸ਼ਲੋਕ ਵੀ ਆਉਂਦੇ ਹਨ। ਕਿੰਨੀਆਂ ਜੀ? 24 ਪੌੜੀਆਂ, 2 ਸ਼ਲੋਕ ਵੀ ਆਉਂਦੇ ਹਨ। ਇਹਨਾਂ ਵਿੱਚੋਂ ਕੁੱਲ ਸ਼ਲੋਕ ਗੁਰੂ ਅੰਗਦ ਦੇਵ ਜੀ ਦੀ ਕਿਰਤ ਵੀ ਹਨ। ਆਸਾ ਦੀ ਵਾਰ ਦਾ ਆਰੰਭ ਪਰਮਾਤਮਾ ਦੀ ਉਸਤਤ ਨਾਲ ਹੁੰਦਾ ਹੈ। ਪਰਮਾਤਮਾ ਦੀ ਉਸਤਤ ਦੇ ਖੇਤਰ ਵਿੱਚ ਨਿਰਤ ਜੁਪਜੀ ਦੀ ਤੁਲਨਾ ਵਿੱਚ ਹੈ। ਪਰਮਾਤਮਾ ਦੇ ਡਰ ਨਾਲ ਇਸ ਸ੍ਰਿਸ਼ਟੀ ਦੇ ਸਾਰੇ ਕਾਰਜ ਹੁੰਦੇ ਰਹਿੰਦੇ ਹਨ। 24ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਆਦਮੀ ਨੂੰ ਪਰਮਾਤਮਾ ਖੁਸ਼ੀ ਨੂੰ ਮਾਣਨਾ ਚਾਹੀਦਾ ਹੈ। ਪਰਮਾਤਮਾ ਦੀ ਖੁਸ਼ੀ ਨੂੰ ਮੰਨਣਾ ਚਾਹੀਦਾ ਹੈ। ਸਿੱਧ ਗੋਸ਼ਟੀ ਗੁਰੂ ਨਾਨਕ ਦੇਵ ਜੀ ਇੱਕ ਬਹੁਤ ਹੀ ਉੱਤਮ ਬਾਣੀ ਹੈ। ਇਸ ਦੇ ਲਿਖੇ ਜਾਣ ਦੇ ਸਮੇਂ ਵਿਦਵਾਨਾਂ ਵਿੱਚ ਮਤਭੇਦ ਹੈ। ਸਿੱਧ ਗੋਸ਼ਟੀ ਨੂੰ ਸਮਕਾਲੀ ਰਾਗ ਅਨੁਸਾਰ ਢਾਲਿਆ ਗਿਆ ਹੈ। ਇਸ ਵਿੱਚ ਕੁੱਲ 73 ਬੰਦ ਹਨ। ਕਿੰਨੇ ਜੀ? ਕੁੱਲ 73 ਬੰਦ ਹਨ ਤੇ ਹਰ ਬੰਦ ਵਿੱਚ 6 ਲਾਈਨਾਂ ਹਨ। 73 ਬੰਦ ਹਨ, ਹਰ ਬੰਦ ਵਿੱਚ 6 ਲਾਈਨਾਂ ਹਨ। ਸਿੱਧ ਗੋਸ਼ਟ ਇੱਕ ਪਾਸੇ ਤਾਂ ਸੁੱਚੇ ਜੀਵਨ ਨੂੰ ਜੀਣ ਦਾ ਢੰਗ ਦਰਸਾਉਂਦੀ ਹੈ ਤੇ ਦੂਸਰੇ ਪਾਸੇ ਬੁਨਿਆਦੀ ਸਵਾਲਾਂ ਜਿਨ੍ਹਾਂ ਵਿੱਚ ਰਹੱਸਮਈ ਜੀਵਨ ਵੀ ਹੈ ਤੇ ਨਾਲ ਦੋ ਚਾਰ ਕਰਵਾਉਂਦੀ ਹੈ। ਮਤਲਬ ਕਿ ਇਹ ਸਿੱਧ ਗੋਸ਼ਟ ਇੱਕ ਅਜਿਹੀ ਰਚਨਾ ਹੈ ਜਿਹੜੀ ਕਿ ਸਿੱਧ ਜੋਗੀਆਂ ਨਾਲ ਗੁਰੂ ਜੀ ਨੇ ਸਵਾਲ ਜਵਾਬ ਕੀਤਾ ਹੈ। ਤਾਂ ਬਹੁਤ ਹੀ ਉੱਤਮ ਰਚਨਾ ਹੈ। ਗੁਰੂ ਨਾਨਕ ਜਿਨ੍ਹਾਂ ਨੇ ਇਹਨਾਂ ਸਵਾਲਾਂ ਦਾ ਅਧਿਐਨ ਕੀਤਾ ਤੇ ਉਹਨਾਂ ਦਾ ਜਵਾਬ ਵੀ ਲੱਭ ਗਿਆ ਹੈ, ਇਸ ਨੂੰ ਉਸ ਭਾਸ਼ਾ ਵਿੱਚ ਦੱਸਦੇ ਹਨ ਜਿਸ ਨੂੰ ਕਿ ਆਮ ਲੋਕ ਵੀ ਸਮਝ ਸਕਦੇ ਹਨ। ਇਸ ਮੰਤਵ ਲਈ ਉਹ ਰੂਪਕਾਂ ਦਾ ਪ੍ਰਯੋਗ ਕਰਦੇ ਹਨ। ਨੈਕਸਟ ਬਾਣੀ ਹੈ ਜੀ 12ਵਾਂ ਇੱਕ ਛੋਟੀ ਰਚਨਾ ਹੈ ਜਿਸ ਵਿੱਚ ਕੁੱਲ 17 ਬੰਦ ਹਨ। ਹਰ ਬੰਦ ਵਿੱਚ ਕੁੱਲ 6 ਲਾਈਨਾਂ ਹਨ। ਇਸ ਬਾਣੀ ਵਿੱਚ 12 ਮਹੀਨਿਆਂ ਦੌਰਾਨ ਕੁਦਰਤ ਦੇ ਵੱਖ-ਵੱਖ ਬਦਲਦੇ ਸੁਭਾਵਾਂ ਦਾ ਵਰਣਨ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਕਿਰਦਾਰ ਵਿੱਚ ਸਿਰਫ ਆਤਮਾ ਦੀ ਪਰਮਾਤਮਾ ਨਾਲ ਮੇਲ ਦੀ ਤਾਂਘ ਨੂੰ ਹੀ ਨਹੀਂ ਦਰਸਾਇਆ ਗਿਆ, ਸਗੋਂ ਉਸ ਸਥਿਤੀ ਦਾ ਵਰਣਨ ਵੀ ਕੀਤਾ ਗਿਆ ਹੈ ਜਿਸ ਅਨੁਸਾਰ ਆਤਮਾ ਨੂੰ ਕਿਸ ਪ੍ਰਕਾਰ ਪਵਿੱਤਰ ਹੋਣਾ ਚਾਹੀਦਾ ਹੈ, ਜਿਸ ਅਨੁਸਾਰ ਕਿ ਉਹ ਇਸ ਨਾਲ ਮੇਲ ਕਰਨ ਦੇ ਯੋਗ ਵੀ ਹੋ ਜਾਵੇ। ਭਾਦੋਂ ਅੱਸੂ ਤੇ ਕੱਤਕ ਦੇ ਮਹੀਨੇ ਬਾਰੇ ਵਿਚਾਰਾਂ ਵਾਲੇ ਤੇ ਬੇਮੁਹਾਰੇ ਹੁੰਦੇ ਹਨ। ਇਹਨਾਂ ਵਿੱਚ ਆਤਮਾ ਦੇ ਕੁਰਾਹੇ ਪੈ ਸਕਦੀ ਹੈ। ਇਸ ਸਮੇਂ ਗੁਰੂ ਦੇ ਮਾਰਗ ਦਰਸ਼ਨ ਨਾਲ ਵਿਅਕਤੀ ਠੀਕ ਰਾਹ 'ਤੇ ਚੱਲ ਸਕਦਾ ਹੈ, ਭਾਵੇਂ ਇਸ ਦੇ ਆਲੇ ਦੁਆਲੇ ਦੀ ਦੁਨੀਆ ਪਰਮਾਤਮਾ ਵਿੱਚ ਵਿਸ਼ਵਾਸ ਵੀ ਕਿਉਂ ਨਾ ਖੋ ਦੇਵੇ। ਇਸ ਤੋਂ ਇਲਾਵਾ ਇਸ ਵਿੱਚ ਕੁਦਰਤ ਦੀ ਖੂਬਸੂਰਤੀ ਦਾ ਵਰਣਨ ਕੀਤਾ ਗਿਆ ਹੈ ਜਿਸ ਦਾ ਅੰਬਰ ਕੀ ਆਤਮਾ 'ਤੇ ਵੀ ਪੈਂਦਾ ਹੈ। ਤਾਂ ਦੋਸਤੋ ਥੋੜ੍ਹੀ ਜਿਹੀ ਵੀਡੀਓ ਲੰਮੀ ਹੈ, ਲੇਕਿਨ ਗੁਰਮਤਿ ਕਵਿਤਾਰਾ ਦੇ ਜੋ ਪਹਿਲੇ ਕਵੀ ਗੁਰੂ ਨਾਨਕ ਦੇਵ ਜੀ ਉਹਨਾਂ ਦੀਆਂ ਬਾਣੀਆਂ ਬਾਰੇ ਵੀ ਵਿਚਾਰ ਕੀਤਾ ਗਿਆ ਹੈ, ਇਸ ਕਰਕੇ ਵੀਡੀਓ ਥੋੜ੍ਹੀ ਜਿਹੀ ਲੰਬੀ ਹੈ। ਤਾਂ ਦੋਸਤੋ ਤੁਸੀਂ ਧਿਆਨ ਨਾਲ ਸੁਣਦੇ ਰਹਿਣਾ। ਦੱਖਣੀ ਓਂਕਾਰ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਅਧਿਆਤਮਿਕ ਬਾਣੀ ਹੈ। ਗੁਰੂ ਸਾਹਿਬ ਦੀ ਓਂਕਾਰ ਦੀ ਰਚਨਾ ਇੱਕ ਮਹਾਨ ਵਿਸਮਾਦੀ ਤੇ ਅਨੁਭਵੀ ਕਾਵਮਈ ਰਚਨਾ ਹੈ। ਇਸ ਰਚਨਾ ਦਾ ਬੜੇ ਉਦੇ ਇਹ ਹੈ ਕਿ ਬ੍ਰਹਮ ਵਿਦਿਆ ਏਕਤਾ, ਗੁਰਮੁਖਤਾ, ਸ਼ਬਦ ਅੰਮ੍ਰਿਤ, ਆਤਮ ਧਨ ਨੂੰ ਸਿਮਰਨ ਤੇ ਸੇਵਾ ਰਾਹੀਂ ਅਪਣਾ ਕੇ ਉਸ ਨੂੰ ਨਾਮ ਯੋਗ ਦੀ ਪ੍ਰਾਪਤੀ ਤੇ ਪ੍ਰਚਾਰ ਦਾ ਅਟਲ ਸਾਧਨ ਬਣਾ ਦਿੱਤਾ ਜਾਵੇ। ਠੀਕ ਹੈ ਜੀ। ਇਸ ਰਚਨਾ ਦਾ ਆਧਾਰ ਜੋ ਆਪਾਂ ਦੇਖਦੇ ਹਾਂ ਕੀ ਉਦੇਸ਼ ਹੈ, ਬ੍ਰਹਮ ਵਿਦਿਆ, ਏਕਤਾਵਾਦ, ਗੁਰਮੁਖਤਾ, ਸ਼ਬਦ ਅੰਮ੍ਰਿਤ,
ਆਤਮ ਧਨ ਨੂੰ ਸਿਮਰਨ ਤੇ ਸੇਵਾ ਰਾਹੀਂ ਅਪਣਾ ਕੇ ਉਸ ਨੂੰ ਨਾਮ ਯੋਗ ਦੀ ਪ੍ਰਾਪਤੀ ਤੇ ਪ੍ਰਚਾਰ ਦਾ ਅਟਲ ਸਾਧਨ ਬਣਾ ਦਿੱਤਾ ਜਾਵੇ। ਗੁਰੂ ਸਾਹਿਬ ਦੀ ਇਹ ਰਚਨਾ ਉਹਨਾਂ ਦੀ ਆਪਣੀ ਵਿਦਿਅਕ ਬਾਣੀ ਪੱਟੀ ਦੇ ਤਰੀਕੇ ਦੀ ਬਾਣੀ ਹੈ। ਓਂਕਾਰ ਵਿੱਚ ਜੀਵਨ ਜੋਗ ਦੇ ਬਹੁਤ ਸਾਰੇ ਵਿਸ਼ਿਆਂ ਤੇ ਤੱਤਾਂ ਨੂੰ ਵਰਣਨ ਕੀਤਾ ਗਿਆ ਹੈ। ਇਸ ਦੇ ਮੁੱਖ ਵਿਸ਼ੇ ਹਨ ਜੀ ਦੱਖਣੀ ਓਂਕਾਰ ਦੇ ਪਰਮਾਤਮਾ ਨਾਮ ਦੇ ਸ਼ਬਦ ਤੇ ਉਹਨਾਂ ਦਾ ਜੀਵਨ ਦਾਤਾ ਮਾਰਗ, ਗੁਰਮੁਖ, ਸਤ ਸੁਰਮੇ ਦਾ ਧਰਮ, ਆਦਰਸ਼ ਇਸਤਰੀ, ਜਗਤ ਤੇ ਜੀਵ, ਸਿਮਰਨ, ਜਪ, ਅਭਿਆਸ। ਤਾਂ ਦੋਸਤੋ ਨੈਕਸਟ ਬਾਣੀ ਹੈ ਮਾਸ ਦੀ ਵਾਰ। ਮਾਸ ਦੀ ਵਾਰ ਦੇ ਵਿਸ਼ੇ ਦੇ ਕੇਂਦਰ ਨੂੰ ਲੱਭਣਾ ਸੌਖਾ ਨਹੀਂ। ਗੁਰਬਾਣੀ ਦੇ ਹਰ ਭਾਗ ਵਿੱਚ ਰੱਬ ਪ੍ਰਧਾਨ ਹੈ, ਪਰ ਮਨੁੱਖ ਵੀ ਕਿਧਰੋਂ ਨਜ਼ਰੋਂ ਓਲੇ ਨਹੀਂ ਹੁੰਦਾ। ਪਹਿਲੇ ਤਾਂ ਸਤਿਗੁਰ ਹੀ ਮਨੁੱਖ ਤੇ ਰੱਬ ਦੇ ਵਿਚਕਾਰਲੀ ਕੋਈ ਅਵਸਥਾ ਲੱਗਦਾ ਹੈ, ਫਿਰ ਗੁਰਮੁਖ ਉਸ ਤੋਂ ਹੀ ਵਧੇਰੇ ਮਨੁੱਖ ਦੇ ਨੇੜੇ ਹੈ। ਮਨਮੁਖ ਤਾਂ ਮਨੁੱਖ ਹੀ ਹੈ, ਸ਼ਾਇਦ ਉਸ ਤੋਂ ਵੀ ਹੇਠਾਂ, ਫਿਰ ਨਾਮ ਜੋ ਗੁਰੂ ਜੋ ਰੱਬ ਤੇ ਮਨੁੱਖ ਦੇ ਦਰਮਿਆਨ ਪੁੱਲ ਬੰਨ੍ਹਦਾ ਹੈ। ਗੁਰਬਾਣੀ ਦਾ ਰੱਬ ਜਿੰਨਾ ਹੀ ਮੁੱਖ ਵਿਸ਼ਾ ਲੱਗਦਾ ਹੈ, ਨਾਮ ਨਾਲ ਸੰਬੰਧਿਤ ਮਨੁੱਖੀ ਸਦਾਚਾਰਕ ਗੁਣ, ਸਤ, ਸੰਤੋਖ, ਦਇਆ, ਧਰਮ ਆਦਿਕ ਵੀ ਕਈਆਂ ਦੇ ਨਜ਼ਰ ਵਿੱਚ ਗੁਰਬਾਣੀ ਰਚਨਾ ਦੇ ਪ੍ਰਮੁੱਖ ਮੰਤਵ ਹਨ। ਰੱਬ, ਮਨੁੱਖ, ਗੁਰੂ, ਨਾਮ, ਸਦਾਚਾਰ ਵਿੱਚੋਂ ਕਿਸੇ ਨੂੰ ਕੇਂਦਰ ਮੰਨ ਕੇ ਮਾਸ ਦੀ ਵਾਰ ਦੇ ਵਿਸ਼ੇ ਦੀ ਵਿਚਾਰ ਆਰੰਭੀ ਜਾਏ। ਇਸ ਦਾ ਨਿਰਣਾ ਜੱਗ ਡੂੰਘੀ ਨਜ਼ਰ ਨਾਲ ਕੀਤੀ ਵਾਰ ਦੀ ਪਰਖ ਪੜਚੋਲ ਮੰਗਦਾ ਹੈ। ਇਸ ਵਿੱਚ ਸੱਚ ਨੂੰ ਇਸ ਵਾਰ ਦਾ ਕੇਂਦਰ ਪੇਸ਼ ਕੀਤਾ ਜਾਂਦਾ ਹੈ। ਮਾਸ ਦੀ ਵਾਰ ਦੀ ਅੰਤਲੀ ਪੌੜੀ ਇਸ ਦੀ ਰਚਨਾ ਦੇ ਪ੍ਰਕਰਨ ਬਾਬਤ ਕੁਝ ਚਾਨਣਾ ਪਾਉਂਦਿਆਂ ਅਖੀਰਲੀ ਸਤਰ ਵਿੱਚ ਗੁਰੂ ਨਾਨਕ ਨੇ ਸੱਚ ਦਾ ਜਸ ਕਰਨ ਨੂੰ ਇਸ ਦਾ ਮੰਤ ਦਰਸਾਇਆ ਹੈ। ਨਾਨਕ ਸੱਚ ਮਲਾਹ ਪੂਰਾ ਪਾਇਆ। ਮਾਸ ਦੀ ਵਾਰ ਗੁਰੂ ਨਾਨਕ ਸਾਹਿਬ ਦੇ ਸੱਚ ਬਾਬਤ ਵਿਚਾਰਾਂ ਤੇ ਭਾਵਾਂ ਨੂੰ ਸਮਝਣ ਲਈ ਇੱਕ ਅਦੁੱਤੀ ਰਚਨਾ ਹੈ। ਵਾਰ ਦੀ ਪਹਿਲੀ ਪੌੜੀ ਵਿੱਚ ਸੱਚ ਦੇ ਅਰਥ ਤੇ ਇਸ ਦਾ ਜਸ ਬਹੁਤ ਨਿਖਰਵੇਂ ਰੂਪ ਵਿੱਚ ਮਿਲਦੇ ਹਨ। ਮਾਸ ਦੀ ਵਾਰ ਵਿੱਚ ਹੁਕਮ ਦਾ ਸੰਕਲਪ ਪ੍ਰਧਾਨ ਹੈ। ਸੱਚ ਦੇ ਸੰਕਲਪ ਦੀ ਵਿਆਖਿਆ ਕਰਨ ਲਈ ਇਹ ਬਹੁਤ ਹੀ ਸਹਾਈ ਹੈ। ਨੈਕਸਟ ਬਾਣੀ ਹੈ ਜੀ ਮਲਾਰ ਦੀ ਵਾਰ। ਗੁਰੂ ਜੀ ਨੇ ਮਾਨਵਤਾ ਨੂੰ ਇਸ ਵਾਰ ਵਿੱਚ ਇੱਕ ਸੁਰਤਾਂ ਵਾਲਾ ਜੀਵਨ ਬਤੀਤ ਕਰਨ ਦੀ ਜਾਚ ਦੱਸੀ ਹੈ। ਮਲਾਰ ਦੀ ਵਿੱਚ ਬਾਬੇ ਨਾਨਕ ਨੇ ਸਿੱਧ ਕੀਤਾ ਹੈ ਕਿ ਉਹ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਰੋਗਾਂ ਨੂੰ ਦੂਰ ਕਰਨ ਵਿੱਚ ਸਿੱਧ ਹਸਤ ਹੈ। ਗੁਰੂ ਜੀ ਦਾ ਦਾਤੇ ਤੇ ਹਿਰਦੇ ਕਮਲ ਦਾ ਵਿਕਸਣਾ ਗੁਰੂ ਉਪਦੇਸ਼ ਦੀ ਕਰਾਮਾਤ ਹੈ। ਗੁਰੂ ਇਸ ਗੱਲ ਦੀ ਸਿੱਖਿਆ ਦਿੰਦੇ ਹਨ ਕਿ ਸੱਚੇ ਨਾਮ ਤੋਂ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਹਨ। ਰਹੱਸ, ਵਿਅੰਗ ਤੇ ਧੁਨੀ ਕਵਿਤਾ ਦੀ ਆਤਮਾ ਹੁੰਦੇ ਹਨ ਤੇ ਮਲਾਰ ਦੀ ਵਾਰ ਵਿੱਚ ਇਸ ਗੱਲ ਦੀ ਥੋੜ ਨਹੀਂ ਹੈ। ਤਾਂ ਦੋਸਤੋ ਨੈਕਸਟ ਬਾਣੀ ਹੈ ਸੋਦਰ ਸ਼ਲੋਕ। ਆਸਾ ਰਾਗ ਵਿੱਚ ਸੰਕਲਿਤ ਸੋਦਰ ਸ਼ਬਦ ਦਾ ਇਹ ਨਾਂ ਭਾਈ ਕਾਹਨ ਸਿੰਘ ਮਹਾਨ ਕੁਸ਼ਪੰਨਾ 174 ਅਨੁਸਾਰ ਇਸ ਦੇ ਆਰੰਭ ਵਿੱਚ ਆਏ ਸੋਦਰ ਕਿਹਾ, ਮੋਗਰ ਕਿਹਾ ਪਾਠ ਹੋਣ ਕਾਰਨ ਪਿਆ ਹੈ। ਇਸ ਵਿੱਚ ਪ੍ਰਮਾਤਮਾ ਦੇ ਮਹਾਨ ਦੁਆਰਾ ਦਾ ਅਨੁਭਵ ਪ੍ਰਗਟ ਕੀਤਾ ਗਿਆ ਹੈ, ਜਿੱਥੇ ਅਨੇਕਾਂ ਦੇਵੀ ਦੇਵਤੇ, ਸਿੱਧ ਯੋਗੀ, ਯੋਧੇ, ਗਿਆਨੀ ਆਦਿ ਖੜੋਤੇ ਹੋਏ ਜਸ ਗਾ ਰਹੇ ਹਨ ਤੇ ਜਿੱਥੇ ਵਿਰਾਜਮਾਨ ਪ੍ਰਭੂ ਸਭ ਦੀ ਦੇਖਭਾਲ ਕਰ ਰਿਹਾ ਹੈ। ਇਸ ਸ਼ਬਦ ਦੀ ਜਪ ਦੀ 27ਵੀਂ ਪੌੜੀ ਨਾਲ ਅਦਿਕ ਸਮਾਨਤਾ ਹੈ। ਸਾਰੂ ਰਾਗ ਵਿੱਚ ਗੁਰੂ ਨਾਨਕ ਦੇ 22 ਸੋਹਲੇ ਹਨ। ਠੀਕ ਹੈ, ਇਹ ਸੋਦਰ ਸ਼ਲੋਕ ਬਾਣੀ ਹੈ। ਅਲੋਹਣੀਆਂ। ਅਲੋਹਣੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਚਨਾ ਹੈ। ਅਲੋਹਣੀ ਮਿਰਤ ਵੇਲੇ ਦਾ ਇੱਕ ਪੰਜਾਬੀ ਲੋਕ ਗੀਤ ਹੈ। ਕੀ ਹੈ ਜੀ? ਅਲੋਹਣੀਆਂ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਦੋਂ ਔਰਤਾਂ ਵੱਲੋਂ ਪਾਈ ਜਾਂਦੀ ਹੈ ਅਲੋਹਣੀ। ਅਲੋਹਣੀ ਮਿਰਤ ਵੇਲੇ ਦਾ ਇੱਕ ਪੰਜਾਬੀ ਲੋਕ ਗੀਤ ਹੈ, ਜਿਸ ਵਿੱਚ ਆਮ ਕਰਕੇ ਮਰੇ ਹੋਏ ਵਿਅਕਤੀ ਦੇ ਗੁਣਾਂ ਦੀ ਦੁਖਦਾਇਕ ਸੁਰ ਵਿੱਚ ਉਸਤਤ ਕੀਤੀ ਜਾਂਦੀ ਹੈ। ਗੁਰੂ ਨਾਨਕ ਨੇ ਪਹਿਲੀ ਵਾਰ ਬੜੀ ਸਫਲਤਾ ਨਾਲ ਸਾਹਿਤਿਕ ਅਭਿਵਿਅਕਤੀ ਦਾ ਮਾਧਿਅਮ ਬਣਾ ਕੇ ਵਡਹੰਸ ਰਾਗ ਵਿੱਚ 5 ਅਲੋਹਣੀਆਂ ਲਿਖੀਆਂ। ਕਿੰਨੀਆਂ ਜੀ? 5 ਅਲੋਹਣੀਆਂ ਲਿਖੀਆਂ। ਤਾਂ ਦੋਸਤੋ ਇਹ ਆਪਾਂ ਗੁਰੂ ਨਾਨਕ ਦੇਵ ਜੀ ਦੀਆਂ ਜੋ ਰਚਨਾਵਾਂ ਹਨ ਉਹਨਾਂ ਦੇ ਬਾਰੇ ਆਪਾਂ ਵਿਸਥਾਰ ਨਾਲ ਜਾਣਿਆ ਹੈ। ਹੁਣ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਕਾਵਿ ਕਲਾ, ਅਲੰਕਾਰ, ਉਹਨਾਂ ਦੀ ਕਲਾ ਕਿੱਦਾਂ ਦੀ ਸੀ। ਵਿਸ਼ੇ ਪੱਖ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਗੁਰੂ ਪਰਮਾਤਮਾ, ਸੱਚ ਬਾਰੇ, ਅਧਿਆਤਮਿਕ ਵਿਸ਼ਿਆਂ ਬਾਰੇ ਗੱਲ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੇ ਵਿਸ਼ੇ ਰਹੇ ਹਨ। ਠੀਕ ਹੈ ਜੀ। ਹੁਣ ਆਪਾਂ ਦੇਖਾਂਗੇ ਉਹਨਾਂ ਦਾ ਕਲਾ ਪੱਖ ਕਿਸ ਤਰੀਕੇ ਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਕਾਵਿ ਪ੍ਰਤਿਭਾ ਦਾ ਕਮਾਲ ਹੈ ਕਿ ਇਸ ਦੁਨੀਆ ਵਿੱਚ ਦੁਨਿਆਵੀ ਮਿਆਰਾਂ ਅਧੀਨ ਜੋ ਕੁਝ ਵੀ ਸੋਹਣਾ, ਸੁੱਚਾ ਅਤੇ ਉੱਤਮ ਹੋ ਸਕਦਾ ਹੈ, ਉਸ ਸਭ ਕੁਝ ਨੂੰ ਉਸ ਧਰਮ ਸਤ ਹਸਤੀ ਦੇ ਸੇਵਾ ਵਿੱਚ ਲੱਗਿਆ ਹੋਇਆ ਦਿਖਾਇਆ ਗਿਆ ਹੈ। ਗੁਰੂ ਕਵਿਤਾ ਸਹਿਜੇ ਭਾਵ ਆਪਣੀ ਗੱਲ ਨੂੰ ਪ੍ਰਭਾਵਜਨਕ ਢੰਗ ਨਾਲ ਕਹਿਣਾ ਲੋਚਦੇ ਹਨ। ਇਸ ਕਾਵਿ-ਯਤਨ ਵਿੱਚ ਉਹਨਾਂ ਦੀ ਸੁਹਜਵਾਦੀ ਦੀ ਪ੍ਰਤਿਭਾ ਨਾਲ ਜੋ ਸ਼ਬਦ ਉਜ਼ਾਰੀ ਹੁੰਦੀ ਹੈ, ਉਸ ਵਿੱਚ ਅਲੰਕਾਰ ਵਿਧਾਨ ਲਈ ਉਹਨਾਂ ਦਾ ਕੋਈ ਚਿੰਤਨ
ਪ੍ਰਯਾਸ ਨਹੀਂ ਹੈ। ਇਹ ਤਾਂ ਬਾਅਦ ਵਿੱਚ ਆਲੋਚਕ ਹੀ ਵੇਖਦੇ ਹਨ ਕਿ ਸ਼ੈਲੀ ਅਲੰਕਾਰਿਕ ਹੈ ਜਾਂ ਸਿੱਧ ਪੱਧਰੀ। ਸਹਿਜ ਸੁਭਾਅ ਕਾਵ ਰਚਨਾ ਦੇ ਵਹਿਣ ਵਿੱਚ ਜਿਹੜੇ ਅਲੰਕਾਰ ਪ੍ਰਗਟ ਹੁੰਦੇ ਹਨ, ਪੈਦਾ ਹੁੰਦੇ ਨਹੀਂ ਹਨ, ਉਹਨਾਂ ਨੂੰ ਹੀ ਭਾਰਤ ਦੇ ਕਲਾਸੀਕਲ ਆਲੋਚਕਾਂ ਨੇ ਉੱਤਮ ਦਰਜੇ ਦੇ ਅਲੰਕਾਰ ਪ੍ਰਵਾਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਗੰਭੀਰ ਆਸਿਆਂ ਤੇ ਰੱਬੀ ਰਹਿਸਾਂ ਨਾਲ ਭਰਪੂਰ ਹੈ। ਆਲੋਚਨਾ ਦੀ ਬੋਲੀ ਵਿੱਚ ਨਾਨਕ ਬਾਣੀ ਦੀ ਵਸਤੂ ਬੜੀ ਉਤਕ੍ਰਿਸ਼ਟ ਹੈ। ਇਸ ਲਈ ਉਤਕ੍ਰਿਸ਼ਟ ਵਸਤੂ ਨੂੰ ਪ੍ਰਗਟਾਉਣ ਲਈ ਪ੍ਰਗਟ ਹੋਏ ਅਲੰਕਾਰ ਵੀ ਉਤਕ੍ਰਿਸ਼ਟ। ਨਾਨਕ ਬਾਣੀ ਦੇ ਅਲੰਕਾਰਾਂ ਦੀ ਮਹਾਨਤਾ ਦਾ ਰਾਜ਼ ਹੀ ਇਹੋ ਹੈ ਕਿ ਉਹ ਵਸਤੂ ਨਾਲ ਭਰਪੂਰਨ ਹੈ। ਗੁਰੂ ਨਾਨਕ ਅਲੰਕਾਰਵਾਦੀ ਕਵੀ ਨਹੀਂ ਹਨ। ਅਲੰਕਾਰ ਖੁਦ ਬ-ਖੁਦ ਰਚੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਪਰੰਪਰਾ ਤੋਂ ਮਕਬੂਲ ਬਹੁਤ ਸਾਰੇ ਅਲੰਕਾਰਾਂ ਦੇ ਸੰਕੇਤ ਮਿਲ ਜਾਂਦੇ ਹਨ। ਸ਼ਬਦ ਅਲੰਕਾਰ ਕੋਈ ਬਹੁਤੀ ਮਿਕਦਾਰ ਵਿੱਚ ਨਹੀਂ ਮਿਲਦੇ, ਉਹਨਾਂ ਦੇ ਅੰਸ਼ ਪ੍ਰਾਪਤ ਹੋ ਜਾਂਦੇ ਹਨ। ਗੁਰੂ ਨਾਨਕ ਦੀ ਇੱਕ ਸਤਰ ਹੈ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਇੱਥੇ ਵਰਣ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ। ਇਸ ਨਾਲ ਇੱਕ ਨਾਦ ਪੈਦਾ ਹੁੰਦਾ ਹੈ। ਇਸ ਲਈ ਸ਼ਬਦ ਉੱਤੇ ਹੋਣ ਕਰਕੇ ਇਹ ਸ਼ਬਦ ਅਲੰਕਾਰ ਹੈ। ਜਦੋਂ ਵਾਵਾ ਅੱਖਰ ਵਾਰ-ਵਾਰ ਆ ਰਿਹਾ ਹੈ ਤਾਂ ਇਹ ਕੀ ਹੈ, ਇੱਕ ਅਲੰਕਾਰ ਬਣ ਜਾਂਦਾ ਹੈ। ਆਪਣੇ ਆਪ ਹੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਅਲੰਕਾਰ ਰਚੇ ਗਏ ਨੇ। ਇਸ ਤੋਂ ਇਲਾਵਾ ਨਾਨਕ ਬਾਣੀ ਵਿੱਚ ਉਪਮਾ ਅਲੰਕਾਰ, ਰੂਪਕ, ਵੇਤਰੇ, ਤਲਯੋਗਤ, ਵਿਰੋਧਾਭਾਸ, ਵਿਪਾਮਨ, ਕਾਵਲਿੰਗ ਆਦਿ ਅਲੰਕਾਰ ਵੀ ਮਿਲਦੇ ਹਨ। ਬਿੰਬ ਵਿਧਾਨ ਕਿੱਦਾਂ ਦਾ ਸੀ ਉਹ ਆਪਾਂ ਦੇਖਦੇ ਹਾਂ। ਗੁਰੂ ਨਾਨਕ ਦੀ ਕਵਿਤਾ ਵਿੱਚ ਅਨੇਕਾਂ ਹੀ ਰੂਪਕ ਜਾਂ ਬਿੰਬ ਪ੍ਰਤੱਖ ਕੀਤੇ ਜਾ ਸਕਦੇ ਹਨ। ਡਾਕਟਰ ਸੁਰਿੰਦਰ ਸਿੰਘ ਕੋਹਲੀ ਅਨੁਸਾਰ ਗੁਰੂ ਨਾਨਕ ਨੇ ਵਿਸ਼ਾਲ ਰਟਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਕਵਿਤਾ ਵਿੱਚ ਅਨੇਕਾਂ ਬਿੰਬ ਅਜਿਹੇ ਹਨ ਜੋ ਪ੍ਰਕਿਰਤੀ ਵਿੱਚੋਂ ਲਏ ਗਏ ਹਨ। ਤਾਂ ਦੋਸਤੋ, ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਬਹੁਤ ਸਾਰੇ ਅਜਿਹੇ ਬਿੰਬ ਹਨ ਜੋ ਕੁਦਰਤ ਵਿੱਚੋਂ ਲਏ ਗਏ ਹਨ। ਕਈ ਬਿੰਬ ਸਮਾਜਿਕ ਅਤੇ ਘਰੋਗੀ ਜੀਵਨ ਵਿੱਚੋਂ, ਰਾਜਨੀਤਿਕ ਅਤੇ ਧਾਰਮਿਕ ਜੀਵਨ ਵਿੱਚੋਂ ਲਏ ਗਏ ਹਨ। ਪ੍ਰਕਿਰਤੀ ਵਿੱਚੋਂ ਰੁੱਤਾਂ ਤੇ ਪੌਣ, ਪਾਣੀ, ਸੂਰਜ ਦਾ ਬਿੰਬ, ਚੰਦਰਮਾ ਦਾ ਬਿੰਬ, ਧੁੱਪ, ਛਾਂ, ਪੌਣ, ਹਨੇਰੀ, ਨਦੀਆਂ, ਸਮੁੰਦਰ, ਜਹਾਜ਼, ਥਲ, ਪਹਾੜ, ਜੰਗਲ, ਅਸਮਾਨ, ਤਾਰੇ, ਕੇਸਰ, ਪਪੀਹਾ, ਤੋਤਾ, ਮੱਛੀ, ਕੀੜੇ ਆਦਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵਰਤੇ ਗਏ ਬਿੰਬ ਹਨ। ਸਮਾਜਿਕ ਜੀਵਨ ਵਿੱਚ ਪੇਕਾ, ਸੁਹਾਗ, ਇਸਤਰੀ, ਗੁਣ, ਗਹਿਵੇਂ, ਮਿਲਾਪ, ਸੇਜਾ, ਵਿਆਹ ਸੰਬੰਧੀ, ਮਾਪੇ, ਬੱਚੇ, ਸੱਜਣ, ਮਿੱਤਰ, ਸਹੇਲੀਆਂ, ਘਰੋਗੀ ਬਿੰਬ ਜਿਵੇਂ ਦੁੱਧ, ਚਰਖਾ ਪੀਸਣਾ, ਅੱਗ, ਨੀਂਦ, ਸੁਪਨਾ, ਨੌਕਰ, ਮਾਲਕ, ਰੋਗ, ਦਾਰੂ ਆਦਿ ਬਿੰਬ ਗੁਰੂ ਜੀ ਦੀ ਬਾਣੀ ਵਿੱਚ ਹਨ। ਰਾਜਨੀਤਿਕ ਜੀਵਨ ਵਿੱਚੋਂ ਜਿਵੇਂ ਰਾਜੇ, ਯੁੱਧ ਭੂਮੀ, ਕਿਲਾ, ਕੋਤਵਾਲੀ, ਦੰਡ, ਚੋਰ, ਗੁਲਾਮ, ਪਰਜਾ, ਅਲਹਕਾਰ ਆਦਿ ਬਿੰਬਾਂ ਦੀ ਵਰਤੋਂ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਬਾਣੀ ਵਿੱਚ ਅਧਿਆਤਮਿਕ ਭਾਵਾਂ ਲਈ ਬਿੰਬ ਜਿਵੇਂ ਆਤਮਾ ਲਈ ਪ੍ਰਭੂ ਲਈ ਸਰੀਰ ਸੰਬੰਧੀ ਬਿੰਬ ਵੀ ਵਰਤੇ ਹਨ। ਤਾਂ ਉਹਨਾਂ ਦੀ ਜੋ ਬਿੰਬ ਵਿਧਾਨ ਕਲਾ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਰਹੀ ਹੈ। ਹਰੇਕ ਪੱਖ ਤੋਂ ਉਹਨਾਂ ਨੇ ਬਿੰਬ ਵਰਤੇ ਹਨ। ਬਹੁਤ ਹੀ ਜ਼ਿਆਦਾ ਵਧੀਆ ਬਿੰਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਮਿਲਦੇ ਹਨ। ਤਾਂ ਸ਼ਬਦ ਸ਼ੈਲੀ ਦੇਖਦੇ ਹਾਂ। ਗੁਰੂ ਨਾਨਕ ਦੇਵ ਜੀ ਦੀ ਰਚਨਾ ਵਿੱਚ 3 ਪ੍ਰਮੁੱਖ ਸ਼ੈਲੀਆਂ ਦੇਖੀਆਂ ਜਾ ਸਕਦੀਆਂ ਹਨ। ਇੱਕ ਸ਼ੈਲੀ ਵਿੱਚ ਅੰਪ੍ਰੰਸ਼ ਰੂਪ ਪ੍ਰਧਾਨ ਹੈ। ਭਾਵੇਂ ਇਹ ਨਿਰੋਲ ਅੰਪ੍ਰੰਸ਼ ਨਹੀਂ ਹੈ, ਇਹ ਸ਼ੈਲੀ ਆਮ ਕਰਕੇ ਆਪ ਭਾਵਿਕ ਵੈਣਿਕ ਪ੍ਰਸੰਗਾਂ ਦੀ ਰਚਨਾ ਲਈ ਵਰਤਦੇ ਹਨ। ਇਸ ਅੰਪ੍ਰੰਸ਼ ਮਿਲੀ ਬੋਲੀ ਦੇ ਕੁਝ ਉਦਾਹਰਣ ਇਸ ਪ੍ਰਕਾਰ ਹਨ। ਸੂਰ ਸਰ ਸੋਸ ਲੈ, ਸਾਮ ਸਰ ਪੋਖ ਲੈ, ਜੁਗਤ ਕਰ ਮਰਤ ਸੋ ਸਨ ਬੰਦ ਕੀਜੈ। ਇਸ ਤਰ੍ਹਾਂ ਦੇ ਉਦਾਹਰਣ ਗੁਰੂ ਨਾਨਕ ਦੇਵ ਜੀ ਦੀ ਰਚਨਾ ਵਿੱਚ ਥਾਂ ਮਿਲਦੇ ਹਨ। ਜਿਵੇਂ ਮੁੰਜ ਕਚੂਜੀ ਅਮਾਵਣ ਡੋਸੜੇ ਕਿਉਂ ਸੋਹਰਾਵਣ ਜਾਓ ਜੀਓ। ਦੂਜੀ ਸ਼ੈਲੀ ਅਧਿਆਤਮਿਕ ਰਚਨਾ ਦੀ ਹੈ। ਪਹਿਲੀ ਸ਼ੈਲੀ ਹੈ ਜੀ ਅੰਪ੍ਰੰਸ਼ ਸ਼ੈਲੀ ਹੈ, ਦੂਸਰੀ ਹੈ ਅਧਿਆਤਮਿਕ। ਇਸ ਸ਼ਬਦ ਸ਼ੈਲੀ ਵਧੇਰੇ ਪੂਰਬੀ ਅਥਵਾ ਸਾਧ ਭਾਖਾ ਵਾਲੀ ਹੈ। ਗੁਰੂ ਨਾਨਕ ਦਾ ਅਧਿਆਤਮਵਾਦੀ ਪ੍ਰਧਾਨ ਰੂਪ ਵਿੱਚ ਵਿਦਾਂਤ ਤੋਂ ਵਿਕਸਿਆ ਭਾਰਤੀ ਹੈ ਅਤੇ ਇਹ ਸਾਰੇ ਉੱਤਰੀ ਭਾਰਤ ਵਿੱਚ ਕਰੀਬ ਇੱਕੋ ਪ੍ਰਕਾਰ ਦੀ ਰਾਜਸਥਾਨੀ ਅਤੇ ਅਵਧੀ ਉੱਤੇ ਆਧਾਰਿਤ ਬੋਲੀ ਵਿੱਚ ਪ੍ਰਚਾਰਿਆ ਜਾਂਦਾ ਸੀ। ਇਸ ਵਿੱਚ ਸਾਧੂ ਲੋਕ ਆਮ ਕਰਕੇ ਵਿਖਿਆਨ ਕਰਦੇ ਅਤੇ ਧਰਮ ਪੁਸਤਕਾਂ ਲਿਖਦੇ ਸਨ। ਦੱਖਣੀ ਓਂਕਾਰ ਅਤੇ ਸਿੱਧ ਗੋਸ਼ਟ ਉਪਰੰਤ ਇਹ ਸ਼ਬਦ ਸ਼ੈਲੀ ਗੁਰੂ ਨਾਨਕ ਨੇ ਰਾਗ ਗੌੜੀ, ਰਾਮਕਲੀ ਅਤੇ ਮਾਰੂ ਆਦਿ ਵਿੱਚ ਵਰਤੀ ਹੈ। ਤੀਜੀ ਸ਼ੈਲੀ ਵਧੇਰੇ ਪੰਜਾਬੀ ਰੂਪ ਵਿੱਚ ਹੈ। ਪਹਿਲੀ ਅੰਪ੍ਰੰਸ਼ ਸ਼ੈਲੀ ਸੀ, ਦੂਜੀ ਅਧਿਆਤਮਿਕ, ਤੀਜੀ ਪੰਜਾਬੀ ਰੂਪ ਦੀ। ਗੁਰੂ ਨਾਨਕ ਦੇਵ ਜੀ ਬੋਲੀ ਦਾ ਵੱਡਾ ਭਾਗ ਇਸੇ ਸ਼ਬਦ ਸ਼ੈਲੀ ਵਿੱਚ ਹੈ। ਭਾਵੇਂ ਇਸ ਵਿੱਚ ਹਰ ਥਾਂ ਦੂਜੀਆਂ ਉਪਭਾਸ਼ਾਵਾਂ ਜਿਵੇਂ ਲਹਿੰਦੀ, ਰਾਜਸਥਾਨੀ, ਬਿਰਜੀ, ਅਵਧੀ ਅਥਵਾ ਸਾਧ ਭਾਖਾ ਦੀ ਮਿਲਾਵਟ ਹੈ। ਇਸ ਤੋਂ ਉਪਰੰਤ ਗੁਰੂ ਨਾਨਕ ਨੇ ਇੱਕ ਸ਼ਬਦ ਫਾਰਸੀ ਵਿੱਚ ਅਤੇ 4 ਸ਼ਲੋਕ ਸੰਸਕ੍ਰਿਤੀ ਵਿੱਚ ਵੀ ਉਚਾਰੇ ਹਨ।
ਠੀਕ ਹੈ ਜੀ। ਇਹ ਆਪਾਂ ਦੇਖਿਆ ਗੁਰੂ ਨਾਨਕ ਦੇਵ ਜੀ ਪੰਜਾਬੀ ਬੋਲੀ ਵਿੱਚ ਜੋ ਉਹਨਾਂ ਦੀ ਅਧਿਆਤਮਿਕ ਰਚਨਾ ਹੋਈ ਹੈ ਇਸ ਬਾਰੇ ਹੈ। ਉਸ ਤੋਂ ਅੱਗੇ ਆਪਾਂ ਛੰਦਾਬੰਦੀ ਦੇਖਦੇ ਹਾਂ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਕੁਝ ਵਿਸ਼ੇਸ਼ ਛੰਦ ਇਸ ਪ੍ਰਕਾਰ ਵਰਤੇ ਗਏ ਹਨ, ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਉਲਾਲਾ ਨਾਮੀ ਛੰਦ ਹੈ ਜੋ ਕਿ ਸ਼ਲੋਕਾਂ ਦੇ ਰੂਪ ਵਿੱਚ ਮਿਲਦਾ ਹੈ ਵੀ ਵਰਤਿਆ ਗਿਆ ਹੈ। ਉਸ ਤੋਂ ਇਲਾਵਾ ਉਮਮਾਨ ਅਤ ਗੀਤਾ ਉਗਾਹਾ ਅਨੰਤ ਤੁਕਾ ਸਵਈਆ ਸਾਰ ਸੋਠ ਸੋਲਹਾ ਹਾਕਲ ਹੰਸਗਤ ਕਲਸ ਗੀਤਾ ਚੌਪਈ ਦੱਖਣਾ ਦੋਹਰਾ ਪੌੜੀ ਪਦ ਪੁਨਮਾ ਜਾਂ ਫੁਨਹਾ ਮੂਲ ਮਾਲਾ ਜਾਂ ਮਦਨ ਆਦਿ ਵੀ ਆਪਣੀ ਬਾਣੀ ਵਿੱਚ ਵਰਤੇ ਹਨ। ਤਾਂ ਦੋਸਤੋ ਇਹ ਆਪਾਂ ਦੇਖਿਆ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਆਪਾਂ ਬਹੁਤ ਹੀ ਡਿਟੇਲ ਨਾਲ ਕੀਤਾ ਹੈ। ਉਹਨਾਂ ਦੀ ਸ਼ਬਦ ਸ਼ੈਲੀ ਕਿੱਦਾਂ ਦੀ ਸੀ, ਉਹਨਾਂ ਦੀ ਬਾਣੀ ਵਿੱਚ ਬਿੰਬ ਵਿਧਾਨ ਕਿੱਦਾਂ ਦੇ ਸੀ, ਉਹਨਾਂ ਦੀ ਕਾਵਿਕ ਸ਼ੈਲੀ ਕਿੱਦਾਂ ਦੀ ਸੀ, ਔਰ ਉਹਨਾਂ ਨੇ ਕਿਹੜੀਆਂ ਕਿਹੜੀਆਂ ਰਚਨਾਵਾਂ ਰਚੀਆਂ ਅਤੇ ਉਹਨਾਂ ਰਚਨਾਵਾਂ ਦੇ ਕਿਹੜੇ ਵਿਸ਼ੇ ਸਨ, ਉਹਨਾਂ ਦਾ ਜੀਵਨ ਕਾਲ ਕਿੱਦਾਂ ਦਾ ਸੀ, ਗੁਰਮਤਿ ਕਾਵਿਧਾਰਾ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸ਼ੁਰੂਆਤ ਕੀਤੀ ਹੈ। ਤਾਂ ਦੋਸਤੋ ਗੁਰੂ ਨਾਨਕ ਦੇਵ ਜੀ ਆਪਣੀ ਬਹੁਤ ਹੀ ਪ੍ਰਮੁੱਖ ਕਵੀ ਵਜੋਂ ਜਾਣੇ ਜਾਂਦੇ ਹਨ ਔਰ ਸਾਡੇ ਸਿੱਖ ਧਰਮ ਦੇ ਪਹਿਲੇ ਗੁਰੂ ਹਨ। ਇਸ ਲਈ ਥੋੜ੍ਹੀ ਜਿਹੀ ਵੀਡੀਓ ਲੰਮੀ ਹੋ ਗਈ ਹੈ। ਅਗਰ ਵਿੱਚੋਂ ਕੁਛ ਰਹਿ ਗਿਆ ਹੋਵੇ ਤਾਂ ਤੁਸੀਂ ਉਹ ਵਿੱਚੋਂ ਧਿਆਨ ਨਾਲ ਪੜ੍ਹ ਲੈਣਾ, ਦੇਖ ਲੈਣਾ। ਤਾਂ ਦੋਸਤੋ ਇਹ ਵੀਡੀਓ ਸਿਰਫ ਇੱਕ ਲੈਕਚਰ ਦੇ ਰੂਪ ਵਿੱਚ ਸੀ, ਇਹਨੂੰ ਤੁਸੀਂ ਧਿਆਨ ਨਾਲ ਅਗਰ ਸੁਣੋਗੇ ਤਾਂ ਬਹੁਤ ਸਾਰੇ ਪੁਆਇੰਟ ਤੁਹਾਨੂੰ ਇਸ ਵਿੱਚੋਂ ਮਿਲਣਗੇ ਔਰ ਤੁਸੀਂ ਉਸ ਨੂੰ ਯਾਦ ਕਰਕੇ ਇਹਨਾਂ ਵਿੱਚੋਂ ਕੋਈ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ, ਉਹਨਾਂ ਦੇ ਜੀਵਨ ਨਾਲ ਰਿਲੇਟਡ ਗੁਰਮਤਿ ਕਾਵਿਧਾਰਾ ਵਿੱਚ ਕੋਈ ਵੀ ਕੁਐਸਚਨ ਆਉਂਦਾ ਹੈ ਤਾਂ ਇਹ ਲੈਕਚਰ ਹਰੇਕ ਕੁਐਸਚਨ ਨੂੰ ਕਵਰ ਕਰੂਗਾ। ਤਾਂ ਦੋਸਤੋ ਵੀਡੀਓ ਥੋੜ੍ਹੀ ਲੰਮੀ ਸੀ ਤਾਂ ਧਿਆਨ ਨਾਲ ਇਸ ਨੂੰ ਸੁਣਨਾ ਤੁਸੀਂ। ਤਾਂ ਅਗਰ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇ ਤਾਂ ਦੋਸਤੋ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਦੇਖਣ ਲਈ ਧੰਨਵਾਦ।